सतगुरु बंदी छोड़ है जीवन मुक्त करे उडीना। गुरु फतेह दी सांझ पाउने आ। वाहिगुरू जी का खालसा वाहिगुरू जी की फतेह। ਦੀਵਾਲੀ ਦਾ ਤਿਉਹਾਰ ਹਰ ਵਰਗ ਦੇ ਵੱਲੋਂ ਬੜੇ ਉਤਸ਼ਾਹ ਚਾਵਾਂ ਦੇ ਨਾਲ ਮਨਾਇਆ ਜਾਂਦਾ ਹੈ, ਪਰ ਸਿੱਖ ਕੌਮ ਦੇ ਲਈ ਇਹ ਜਿਹੜਾ ਇਤਿਹਾਸ ਹੈ ਬਹੁਤ ਵੱਡਾ ਹੈ। ਸਿੱਖ ਕੌਮ ਇਸ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਜੋਂ ਮਨਾਉਂਦੀ ਹੈ, ਕਿਉਂਕਿ ਸਿੱਖ ਜਗਤ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰਦੇ ਹੋਏ ਮਾਣ ਮਹਿਸੂਸ ਕਰਦਾ ਹੈ। ਇਹ ਉਹ ਵੱਡਾ ਦਿਨ ਹੈ ਜਦੋਂ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਕੈਦੀ ਰਾਜਿਆਂ ਨੂੰ ਰਿਹਾ ਕਰਕੇ ਲਿਆਉਂਦੇ ਨੇ। ਵੱਡਾ ਇਤਿਹਾਸ ਹੈ, ਵਿਸ਼ਾਲ ਹੈ। ਆਓ ਜਾਣਕਾਰੀ ਦੇਵਾਂਗੇ ਸਾਡੀ ਖਾਸ ਰਿਪੋਰਟ ਤੇ ਨਜ਼ਰ ਪਾਉਂਦੇ ਹਾਂ ਫਾਸਟਵੇ ਨਿਊਜ਼ ਦੀ ਖਾਸ ਪੇਸ਼ਕਸ਼ ਤੇ। गई बहोड़ बंदी छोड़ निरंकार दुखदारी, कर्म न जाना धर्म न जाना लोभी माया धारी। नाम परयो भगत गोबिंद काय राखो पैज तुम्हारी, हर जियो निमाणिया तू मान। निचीजिया चीज करे मेरा गोबिंद, तेरी कुदरत को कुर्बान। पंज प्याले पंज पीर छठम पीर बैठा गुर भारी, अर्जन काया पलट कै मूरत हर गोबिंद सवारी। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਦੀਵਾਲੀ ਮਹਿਜ਼ ਦੀਵਾਲੀ ਅਤੇ ਰੌਸ਼ਨੀਆਂ ਦਾ ਤਿਉਹਾਰ ਨਹੀਂ, ਸਗੋਂ ਸੱਚਾਈ ਦੀ ਹੋੜ ਉੱਪਰ ਅਤੇ ਸਬਰ ਦੀ ਜ਼ਬਰ ਉੱਪਰ ਜਿੱਤ ਦਾ ਪ੍ਰਤੀਕ ਹੈ। ਸਿੱਖ ਜਗਤ ਦਾ ਦੀਵਾਲੀ ਨਾਲ ਇਤਿਹਾਸਿਕ ਰਿਸ਼ਤਾ ਹੈ, ਜਿਸ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1619 'ਚ ਦੀਵਾਲੀ ਤੋਂ ਪਹਿਲਾਂ ਸ਼ਹਿਨਸ਼ਾਹ ਜਹਾਂਗੀਰ ਨੇ 52 ਰਾਜਿਆਂ ਦੇ ਨਾਲ ਰਿਹਾ ਕੀਤੇ ਸੀ। ਜਹਾਂਗੀਰ ਵੱਲੋਂ ਗੁਰੂ ਸਾਹਿਬ ਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਕਿਸੇ ਨੇ ਜਹਾਂਗੀਰ ਦੇ ਕੰਨ ਭਰੇ ਸੀ ਤੇ ਕਿਹਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬਦਲਾ ਜਹਾਂਗੀਰ ਤੋਂ ਲੈਣਾ ਚਾਹੁੰਦੇ ਨੇ। ਇਸ ਗਲਤਫਹਿਮੀ 'ਚ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਸੀ। ਗਵਾਲੀਅਰ ਦੇ ਵਿਸ਼ਾਲ ਅਤੇ ਮਜ਼ਬੂਤ ਕਿਲੇ ਵਿੱਚ ਹਕੂਮਤ ਵੱਲੋਂ ਇਸ ਮੁਲਕ ਤੇ ਬਹੁਤ ਸਾਰੇ ਰਾਜਪੂਤ ਰਾਜੇ ਵੀ ਕੈਦ ਸੀ। ਇਸ ਸੰਬੰਧੀ ਵਿਸਤਾਰ ਵਿੱਚ ਜਾਣਦੇ ਹਾਂ ਸਿੰਘ ਸਾਹਿਬ ਦੀ ਜ਼ੁਬਾਨੀ। ਉਸ ਸਮੇਂ ਦੀ ਹਕੂਮਤ ਦੇ ਉਹੋ ਜਿਹੇ ਕਾਨੂੰਨ ਬਣਾਏ ਹੋਏ ਸਨ ਵੀ ਕੋਈ ਵੀ ਹਿੰਦੂ ਗੁਰਸਿੱਖ ਘੋੜੇ ਤੇ ਸਵਾਰੀ ਨਹੀਂ ਕਰ ਸਕਦਾ, ਸ਼ਸਤਰ ਨਹੀਂ ਪਹਿਨ ਸਕਦਾ, ਦਸਤਾਰ ਨਹੀਂ ਸਜਾ ਸਕਦਾ, ਸ਼ਿਕਾਰ ਨਹੀਂ ਖੇਡ ਸਕਦਾ, ਇੱਥੋਂ ਤੱਕ ਕਿ ਕੋਈ ਵੀ 2 ਫੁੱਟ ਉੱਚਾ ਥੜਾ ਲਾ ਕੇ ਵੀ ਨਹੀਂ ਬੈਠ ਸਕਦਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਵਿਚਾਰ ਕੀਤਾ ਵੀ ਹੁਣ ਸਮਾਂ ਇਹੋ ਜਿਹਾ ਆ ਗਿਆ ਹੈ, ਧਰਮ ਦੀ ਰਕਸ਼ਾ ਸ਼ਾਂਤੀ ਨਾਲ ਨਹੀਂ ਹੋ ਸਕਦੀ, ਸੰਤ ਤੋਂ ਸੰਤ ਸਿਪਾਹੀ ਤਿਆਰ ਕਰਨੇ ਪੈਣਗੇ। ਗੁਰੂ ਮਹਾਰਾਜ ਨੇ ਆਪ ਗੁਰਗੱਦੀ 'ਤੇ ਬਿਰਾਜਮਾਨ ਹੋਣ ਲੱਗਿਆਂ ਸੇਲੀ ਟੋਪੀ ਦੀ ਥਾਂ 'ਤੇ ਉਹਨਾਂ ਨੇ 2 ਮੇਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕੀਤੀਆਂ ਅਤੇ ਸਿੱਖ ਸੰਗਤਾਂ ਨੂੰ ਹੁਕਮਨਾਮੇ ਲਿਖ ਕੇ ਭੇਜੇ ਵੀ ਜਿਸ ਨੇ ਸਾਡੀ ਖੁਸ਼ੀ ਪ੍ਰਾਪਤ ਕਰਨੀ ਹੋਵੇ ਸਾਡੇ ਵਾਸਤੇ ਚੰਗੇ ਘੋੜੇ ਚੰਗੇ ਸ਼ਸਤਰ ਲੈ ਕੇ ਆਓ। ਜਿਸ ਮਾਤਾ ਨੇ ਸਾਡੀ ਖੁਸ਼ੀ ਪ੍ਰਾਪਤ ਕਰਨੀ ਹੋਵੇ ਸਾਡੇ ਵਾਸਤੇ ਆਪਣਾ ਨੌਜਵਾਨ ਪੁੱਤਰ ਭੇਟ ਕਰੇ। ਇਸ ਤਰ੍ਹਾਂ ਗੁਰੂ ਸਾਹਿਬ ਨੇ ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਲੋਹਗੜ੍ਹ ਦਾ ਕਿਲ੍ਹਾ ਬਣਾ ਲਿਆ, ਅਕਾਲ ਤਖ਼ਤ ਦੀ ਰਚਨਾ ਕਰ ਦਿੱਤੀ ਅਤੇ ਲੋਕਾਂ ਦੇ ਜਾਤੀ ਫੈਸਲੇ ਵੀ ਆਪ ਕਰਨੇ ਸ਼ੁਰੂ ਕਰ ਦਿੱਤੇ। ਇਸ ਚੜ੍ਹਦੀ ਕਲਾ ਦੇ ਪ੍ਰਚਾਰ ਨੂੰ ਗੁਰੂ ਘਰ ਦੇ ਵਿਰੋਧੀ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਸੀ। ਉਹਨਾਂ ਨੇ ਫਿਰ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕੀਤੇ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਬਦਲਾ ਲੈਣਾ ਚਾਹੁੰਦੇ ਨੇ ਅਤੇ ਫੌਜਾਂ ਤਿਆਰ ਕਰ ਰਹੇ ਹਨ। ਅਕਾਲ ਤਖ਼ਤ ਦੀ ਰਚਨਾ ਕਰ ਲਈ ਹੈ, ਲੋਹਗੜ੍ਹ ਦਾ ਕਿਲ੍ਹਾ ਬਣਾ ਲਿਆ, ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਅਕਾਲ ਤਖ਼ਤ ਦੀ ਰਚਨਾ ਕਰ ਦਿੱਤੀ ਅਤੇ ਲੋਕਾਂ ਦੇ ਜਾਤੀ ਫੈਸਲੇ ਵੀ ਆਪ ਕਰਨੇ ਸ਼ੁਰੂ ਕਰ ਦਿੱਤੇ। ਇਸ ਚੜ੍ਹਦੀ ਕਲਾ ਦੇ ਪ੍ਰਚਾਰ ਨੂੰ ਜਹਾਂਗੀਰ ਕਿੱਥੇ ਬਰਦਾਸ਼ਤ ਕਰ ਸਕਦਾ ਸੀ, ਜਿਹੜਾ ਇਸ ਦੁਕਾਨ ਨੂੰ ਸਦਾ ਵਾਸਤੇ ਬੰਦ ਕਰਨਾ ਚਾਹੁੰਦਾ ਸੀ। ਉਸ ਸਮੇਂ ਦਾ ਇਤਿਹਾਸਕਾਰ ਮੌਸਮ ਫਾਨੀ ਆਪਣੀ ਹੱਥੀਂ ਲਿਖੀ ਪੁਸਤਕ ਦਵਸਤਾਏ ਮਜਾਹ ਵਿੱਚ ਲਿਖਦਾ ਹੈ ਵੀ ਜਿਹੜਾ ਗੁਰੂ ਅਰਜਨ ਦੇਵ ਜੀ ਨੂੰ 1.5 ਲੱਖ ਰੁਪਇਆ ਜੁਰਮਾਨਾ ਕੀਤਾ ਸੀ, ਉਹਦੇ ਨਾਂ ਭਰਨ ਦਾ ਕਾਰਨ ਬਣਾ ਕੇ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ
12 ਸਾਲ ਦੀ ਕੈਦ ਸੁਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜਿਆ ਗਿਆ। ਵੈਸੇ ਕਈ ਇਤਿਹਾਸਕਾਰ ਚੰਦੂ ਦਾ ਪੱਖ ਵੀ ਦਰਸਾਉਂਦੇ ਨੇ ਵੀ ਚੰਦੂ ਗੁਰੂ ਘਰ ਨਾਲ ਈਰਖਾ ਰੱਖਦਾ ਸੀ। ਉਸਨੇ ਇੱਕ ਸਿਆਣੇ ਜੋਤਸ਼ੀ ਨੂੰ ਲਾਲਚ ਦੇ ਕੇ ਜਹਾਂਗੀਰ ਨੂੰ ਕਹਾਇਆ ਵੀ ਤੇਰੇ ਤੇ ਸਾੜ ਸਤੀ ਆਈ ਹੈ, ਜਿੰਨਾ ਚਿਕਰ ਕੋਈ ਮਹਾਂਪੁਰਸ਼ ਗਵਾਲੀਅਰ ਦੇ ਕਿਲ੍ਹੇ ਵਿੱਚ ਤਪ ਨਾ ਕਰੇ ਉਹਨਾਂ ਚਿਕਰ ਤੇਰਾ ਕਸ਼ਟ ਦੂਰ ਨਹੀਂ ਹੋ ਸਕਦਾ। ਸੋ ਇਹਨਾਂ ਆਧਾਰਾਂ ਤੇ ਪ੍ਰੇਰ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਇਸ ਕਿਲ੍ਹੇ ਵਿੱਚ ਲਿਆਂਦਾ ਗਿਆ। ਗੁਰੂ ਮਹਾਰਾਜ ਦੇ ਆਉਣ ਤੋਂ ਪਹਿਲਾਂ ਇਸ ਕਿਲ੍ਹੇ ਵਿੱਚ 52 ਹਿੰਦੂ ਰਾਜੇ ਕੈਦ ਸਨ, 450 ਹੋਰ ਕੈਦੀ ਕੈਦ ਸਨ। ਇਹਨਾਂ ਰਾਜਿਆਂ ਨੂੰ ਕੈਦੀਆਂ ਨੂੰ ਬੜੇ ਤਸੀਹੇ ਦਿੱਤੇ ਜਾਂਦੇ ਸੀ। ਰਾਜਿਆਂ ਨੂੰ ਸੰਗਲ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ। ਖਾਣੇ ਵਿੱਚ ਵੀ ਇਹਨਾਂ ਨੂੰ ਕੱਚੇ ਜ਼ਹਿਰ ਮਿਲਾ ਕੇ ਦਿੱਤੇ ਜਾਂਦੇ ਸੀ ਅਤੇ ਦੁਖੀ ਜੀਵ ਅੱਡੀਆਂ ਰਗੜ ਰਗੜ ਕੇ ਇੱਥੇ ਹੀ ਖਤਮ ਹੋ ਜਾਂਦੇ ਸੀ। ਜਿਸ ਤਰ੍ਹਾਂ ਅੰਗਰੇਜ਼ਾਂ ਦੇ ਸਮੇਂ ਕਾਲਾ ਪਾਣੀ ਹੁੰਦਾ ਸੀ, ਮੁਸਲਮਾਨ ਬਾਦਸ਼ਾਹ ਸਮੇਂ ਜਿਨ੍ਹਾਂ ਨੂੰ ਭਾਰੀ ਸਜ਼ਾਵਾਂ ਦਿੱਤੀਆਂ ਜਾਣੀਆਂ ਸੀ ਉਹਨਾਂ ਨੂੰ ਇਸ ਕਿਲ੍ਹੇ ਵਿੱਚ ਭੇਜਿਆ ਜਾਂਦਾ ਸੀ। ਇਸ ਕਿਲ੍ਹੇ ਵਿੱਚ 52 ਹਿੰਦੂ ਰਾਜੇ ਕੈਦ ਸਨ, 450 ਹੋਰ ਲੋਕਲ ਕੈਦੀ ਕੈਦ ਸਨ। ਇਹਨਾਂ ਰਾਜਿਆਂ ਅਤੇ ਕੈਦੀਆਂ ਨੂੰ ਬੜੇ ਤਸੀਹੇ ਦਿੱਤੇ ਜਾਂਦੇ ਸਨ। ਇਹਨਾਂ ਨੂੰ ਕੱਚੇ ਜ਼ਹਿਰ ਮਿਲਾ ਕੇ ਦਿੱਤੇ ਜਾਂਦੇ ਸਨ। ਇਹ ਦੁਖੀ ਜੀਵ ਇੱਥੇ ਹੀ ਅੱਡੀਆਂ ਰਗੜ ਰਗੜ ਕੇ ਖਤਮ ਹੋ ਜਾਂਦੇ ਸੀ। ਗੁਰੂ ਮਹਾਰਾਜ ਦੇ ਆਉਣ 'ਤੇ ਇਹਨਾਂ ਕੈਦੀਆਂ ਨੂੰ ਇੱਥੇ ਗੁਰੂ ਮਹਾਰਾਜ ਦੇ ਚਰਨਾਂ ਦਾ ਪਿਆਰ ਮਿਲਿਆ। ਇਹ ਕੈਦੀ ਰੋਜ਼ ਗੁਰੂ ਪਰਮੇਸ਼ਰ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਸੀ ਵੀ ਸੱਚੇ ਪਾਤਸ਼ਾਹ ਸਾਡੇ ਦੁਖੀਆਂ ਦਾ ਦੁੱਖ ਦੂਰ ਕਰੋ। ਸੋ ਇਹਨਾਂ ਦੁਖੀ ਜੀਵਾਂ ਦੀ ਪੁਕਾਰ ਸੁਣ ਕੇ ਕੋਈ ਨਾ ਕੋਈ ਸੰਸਾਰਕ ਬਹਾਨਾ ਤੇ ਬਣਨਾ ਹੀ ਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਕਿਲ੍ਹੇ ਵਿੱਚ ਇਹਨਾਂ ਦੁਖੀ ਜੀਵਾਂ ਦੀ ਬੰਦ ਖਲਾਸ ਕਰਨ ਵਾਸਤੇ ਪੁੱਜੇ। ਗੁਰੂ ਮਹਾਰਾਜ ਇਸੇ ਕਿਲ੍ਹੇ 'ਤੇ ਜਦੋਂ ਆਏ ਅਤੇ ਜਹਾਂਗੀਰ ਬਾਦਸ਼ਾਹ ਦੇ ਵੱਲੋਂ ਜਿਹੜਾ ਖਰਚ ਵਾਸਤੇ ਗੁਰੂ ਸਾਹਿਬ ਨੂੰ ਪੈਸਾ ਮਿਲਦਾ ਸੀ ਉਹਦੀਆਂ ਗੁਰੂ ਮਹਾਰਾਜ ਚੰਗੀਆਂ ਰਸਤਾਂ ਬਣਾ ਕੇ ਇਹਨਾਂ ਕੈਦੀਆਂ ਦੇ ਵਿੱਚ ਵੰਡ ਦਿੰਦੇ ਸਨ। ਹੋਰ ਵੀ ਜਿਹੜੀ ਮਾਇਆ ਬਚਦੀ ਸੀ ਉਹਦੀਆਂ ਚੰਗੀਆਂ ਪੁਸ਼ਾਕਾਂ ਇਹਨਾਂ ਰਾਜਿਆਂ ਮਹਾਰਾਜਾਂ ਨੂੰ ਬਣਾ ਦਿੰਦੇ ਸਨ। ਇਸ ਤਰ੍ਹਾਂ ਗੁਰੂ ਸਾਹਿਬ ਦੇ ਆਉਣ ਕਰਕੇ ਇਹਨਾਂ ਰਾਜਿਆਂ ਅਤੇ ਕੈਦੀਆਂ ਵਾਸਤੇ ਇਹ ਕਿਲ੍ਹਾ ਸਵਰਗ ਰੂਪ ਹੋ ਗਿਆ। ਉਹਨਾਂ ਦਿਨਾਂ ਵਿੱਚ ਜਿਸ ਸਥਾਨ 'ਤੇ ਗੁਰੂ ਮਹਾਰਾਜ ਦਾ ਦਰਬਾਰ ਸਾਹਿਬ ਬਣਿਆ ਹੈ ਉਹ ਇਕਾਂਤ ਜਗ੍ਹਾ ਹੁੰਦੀ ਸੀ। ਗੁਰੂ ਮਹਾਰਾਜ ਅੰਮ੍ਰਿਤ ਵੇਲੇ ਇੱਥੇ ਆ ਕੇ ਭਜਨਬੰਦੀ ਕੀ ਕਰਦੇ ਸਨ। ਇੱਥੇ ਇਹਨਾਂ ਰਾਜਿਆਂ ਨੂੰ ਧਰਮ ਦਾ ਉਪਦੇਸ਼ ਕਰਿਆ ਕਰਦੇ ਸਨ। ਇਸ ਤਰ੍ਹਾਂ ਗੁਰੂ ਮਹਾਰਾਜ ਦੇ ਆਉਣ ਕਰਕੇ ਇਹਨਾਂ ਰਾਜਿਆਂ ਵਾਸਤੇ ਕਿਲ੍ਹਾ ਸਵਰਗ ਰੂਪ ਹੋ ਗਿਆ। ਇੱਕ ਮੁਸਲਮਾਨ ਗੁਰੂ ਸਾਹਿਬ ਦਾ ਬੜਾ ਸ਼ਰਧਾਲੂ ਸੀ। ਜਦੋਂ ਉਹਨੇ ਇੱਥੇ ਗੁਰੂ ਸਾਹਿਬ ਨੂੰ ਤਪ ਕਰਦਿਆਂ ਵੇਖਿਆ ਉਹਨੇ ਆਪਣਾ ਨਿਯਮ ਬਣਾ ਲਿਆ। ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਇਸ ਸਥਾਨ ਦੀ ਉਹ ਚੰਗੀ ਤਰ੍ਹਾਂ ਸੇਵਾ ਕਰਕੇ ਸਫਾਈ ਕਰ ਦਿੰਦਾ ਸੀ। ਗੁਰੂ ਮਹਾਰਾਜ ਉਹਦਾ ਪ੍ਰੇਮ ਵੇਖ ਕੇ ਕਹਿਣ ਲੱਗੇ ਭਾਈ ਤੂੰ ਸਾਡੇ ਸਥਾਨ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹੇ। ਗੁਰੂ ਮਹਾਰਾਜ ਦੇ ਜਾਣ ਤੋਂ ਬਾਅਦ ਵੀ ਉਸ ਮੁਸਲਮਾਨ ਦੇ ਖਾਨਦਾਨ ਦੇ ਲੋਕ ਕਈ ਪੀੜ੍ਹੀਆਂ ਤੱਕ ਇਸ ਸਥਾਨ ਦੀ ਸੇਵਾ ਕਰਦੇ ਰਹੇ। ਸੱਚੇ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਇੱਥੇ ਜਿਹੜੇ ਰਾਜੇ ਕੈਦ ਸੀ ਉਹਨਾਂ ਦਾ ਫਿਰ ਜੀਵਨ ਇੱਥੇ ਸਵਰਗ ਰੂਪ ਹੋ ਗਿਆ। ਜਿਹੜੀਆਂ ਸੰਗਤਾਂ ਗੁਰੂ ਮਹਾਰਾਜ ਨੂੰ ਇੱਥੇ ਕਾਫੀ ਸਮਾਂ ਹੋ ਗਿਆ, ਜਿਹੜੀਆਂ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨਾਂ ਬਿਨਾਂ ਨਹੀਂ ਸੀ ਰਹਿ ਸਕਦੀਆਂ ਉਹ ਬੜੀਆਂ ਉਪਰਾਮ ਹੋਣ ਲੱਗ ਪਈਆਂ। ਉਹਨਾਂ ਨੇ ਫਿਰ ਜਥਿਆਂ ਦੇ ਰੂਪ ਵਿੱਚ ਇੱਥੇ ਆਉਣਾ ਸ਼ੁਰੂ ਕੀਤਾ। ਅੱਜ ਕੱਲ੍ਹ ਅਸੀਂ ਗੱਡੀਆਂ ਅਤੇ ਬੱਸਾਂ 'ਤੇ ਆਉਂਦੇ ਹਾਂ, ਸਾਨੂੰ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਧੰਨੋ ਗੁਰੂ ਕੇ ਸਿੱਖ ਸੀ ਜਿਹੜੇ ਪੈਦਲ ਚੱਲ ਕੇ ਪੰਜਾਬ ਤੋਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਸਨ। ਇਹਨਾਂ ਸੰਗਤਾਂ ਨੂੰ ਇੱਥੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਸੀ ਮਿਲਦੀ। ਇਹ ਸੰਗਤਾਂ ਇੱਥੇ ਕਿਲ੍ਹੇ ਦੀਆਂ ਪਰਿਕਰਮਾ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਕਿਲ੍ਹੇ ਦੇ ਗੇਟ 'ਤੇ ਹੀ ਮਹਾਰਾਜ ਦੇ ਮੱਥਾ ਟੇਕ ਕੇ ਅਤੇ ਇੱਥੋਂ ਵਾਪਸ ਹੋ ਜਾਂਦੀਆਂ ਸਨ। ਸਭ ਤੋਂ ਪਹਿਲਾਂ ਜੱਥਾ ਇੱਥੇ ਭਾਈ ਗੁਰਦਾਸ ਜੀ ਲੈ ਕੇ ਆਏ। ਫਿਰ ਮਾਤਾ ਗੰਗਾ ਜੀ ਦੇ ਕਹਿਣ 'ਤੇ ਬਾਬਾ ਬੁੱਢਾ ਜੀ ਵੀ ਇੱਥੇ ਜੱਥਾ ਲੈ ਕੇ ਆਏ। ਬਾਬਾ ਬੁੱਢਾ ਜੀ ਨੂੰ ਇੱਥੇ ਅੰਦਰ ਆਉਣ ਦੀ ਇਜਾਜ਼ਤ ਮਿਲੀ। ਉਹਨਾਂ ਨੇ ਗੁਰੂ ਮਹਾਰਾਜ ਦੇ ਚਰਨ ਪਰਸੇ ਅਤੇ ਇੱਥੇ ਭਾਈ ਜੇਠਾ ਜੀ ਅਤੇ ਭਾਈ ਪ੍ਰਾਣਾ ਜੀ ਨੂੰ ਪ੍ਰੇਰਿਆ ਵੀ ਤੁਸੀਂ ਸੰਗਤ ਵਾਸਤੇ ਪਰਉਪਕਾਰ ਕਰੋ। ਭਾਈ ਜੇਠਾ ਜੀ ਅਤੇ ਪ੍ਰਾਣਾ ਜੀ ਕਹਿਣ ਲੱਗੇ ਵੀ ਸਾਨੂੰ ਗੁਰੂ ਸਾਹਿਬ ਵੱਲੋਂ ਬੜਾ ਸਖਤ ਹੁਕਮ ਹੈ, ਤੁਸੀਂ ਕਿਸੇ ਤਰ੍ਹਾਂ ਦੀ ਆਤਮਿਕ ਸ਼ਕਤੀ ਨਹੀਂ ਵਰਤਣੀ। ਬਾਬਾ ਬੁੱਢਾ ਜੀ ਕਹਿਣ ਲੱਗੇ ਤੁਸੀਂ ਕੋਈ ਚਿੰਤਾ ਨਾ ਕਰੋ, ਜੇ ਗੁਰੂ ਮਹਾਰਾਜ ਤੁਹਾਨੂੰ ਨਾਰਾਜ਼ ਵੀ ਹੋਣਗੇ ਤਾਂ ਅਸੀਂ ਤੁਹਾਨੂੰ ਉਹਨਾਂ ਤੋਂ ਬਖਸ਼ਾ ਲਵਾਂਗੇ। ਬਾਬਾ ਬੁੱਢਾ ਜੀ ਦੇ ਕਹਿਣ 'ਤੇ ਭਾਈ ਜੇਠਾ ਜੀ ਅਤੇ ਪ੍ਰਾਣਾ ਜੀ ਨੇ ਸ਼ੇਰ ਦਾ ਰੂਪ ਧਾਰ ਕੇ ਜਹਾਂਗੀਰ ਨੂੰ ਡਰਾਇਆ। ਜਹਾਂਗੀਰ ਭੱਬਾਂ ਮਾਰ ਕੇ ਉੱਠਦਾ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਦਾ ਵਾਸਤਾ ਪਾਉਂਦਾ ਸੀ ਉਦੋਂ ਇਹ ਸ਼ੇਰ ਦੂਰ ਹਟ ਜਾਂਦੇ ਸੀ। ਇਸ ਤਰ੍ਹਾਂ ਵੈਸੇ ਵੀ ਜਹਾਂਗੀਰ ਨੇ
ਫਿਰ ਗੁਰੂ ਮਹਾਰਾਜ ਨੂੰ ਇੱਥੋਂ ਰਿਹਾਈ ਦਾ ਹੁਕਮ ਦਿੱਤਾ। ਵੈਸੇ ਜਹਾਂਗੀਰ ਉਹਨਾਂ ਦਿਨਾਂ 'ਚ ਬਹੁਤ ਬਿਮਾਰ ਹੋ ਗਿਆ ਸੀ। ਉਹਦੀ ਬੇਗਮ ਨੂਰ ਜਹਾਂ ਨੇ ਸਾਈਂ ਮੀਆਂ ਮੀਰ ਅੱਗੇ ਫਰਿਆਦ ਕੀਤੀ ਵੀ ਤੁਸੀਂ ਖੁਦਾ ਦੇ ਅੱਗੇ ਅਰਦਾਸ ਕਰੋ ਜਹਾਂਗੀਰ ਨੂੰ ਤੰਦਰੁਸਤੀ ਮਿਲੇ। ਸਾਈਂ ਮੀਆਂ ਮੀਰ ਨੇ ਬੜੇ ਤਕੜੇ ਹੋ ਕੇ ਆਖਿਆ ਵੀ ਜਿੰਨਾ ਚੱਕਰ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਨਹੀਂ ਕਰਦੇ, ਉਹਨਾਂ ਚਿਕਰ ਤੁਹਾਨੂੰ ਤੰਦਰੁਸਤੀ ਨਹੀਂ ਮਿਲ ਸਕਦੀ। ਸੋ ਇਹਨਾਂ ਆਧਾਰਾਂ 'ਤੇ ਪ੍ਰੇਰ ਕੇ ਜਹਾਂਗੀਰ ਨੇ ਫਿਰ ਗੁਰੂ ਸਾਹਿਬ ਨੂੰ ਚਿੱਠੀ ਲਿਖੀ। ਜਹਾਂਗੀਰ ਇਹਨਾਂ 52 ਹਿੰਦੂ ਰਾਜਿਆਂ ਵਾਸਤੇ ਬੜੀ ਚਿੰਤਾ ਕਰਦਾ ਸੀ, ਦੂਜਿਆਂ ਰਾਜਾਂ ਕੈਦੀਆਂ ਵਾਸਤੇ ਤੇ ਮੰਨਦਾ ਸੀ, ਰਾਜਿਆਂ ਵਾਸਤੇ ਚਿੰਤਾ ਕਰਦਾ ਸੀ ਵੀ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਬੰਦੀ ਬਣਾਇਆ ਹੈ। ਜੇ 52 ਦੇ 52 ਰਾਜੇ ਬਾਹਰ ਆ ਗਏ, ਹੋ ਸਕਦਾ ਕੋਈ ਵੱਡੀ ਬਗਾਵਤ ਖੜੀ ਹੋ ਜਾਵੇ। ਉਹ ਫਿਰ ਬੜਾ ਚਲਾਕ ਬਾਦਸ਼ਾਹ ਸੀ। ਉਹਨੇ ਮਹਾਰਾਜ ਨੂੰ ਲਿਖਿਆ ਵੀ ਜਿੰਨੇ ਰਾਜੇ ਤੁਹਾਡੇ ਦਾਮਨ ਨੂੰ ਫੜ ਕੇ ਆ ਸਕਦੇ ਨੇ ਉਹਨਿਆਂ ਨੂੰ ਤੁਸੀਂ ਨਾਲ ਲੈ ਆਓ। ਜਹਾਂਗੀਰ ਦਾ ਵਿਚਾਰ ਸੀ ਵੀ ਜ਼ਿਆਦਾ 8-10 ਰਾਜੇ ਇੱਕ ਬੰਦੇ ਦੇ ਲੜ ਨੂੰ ਫੜ ਸਕਦੇ ਆ। ਬਾਕੀ ਉਹ ਇਹ ਵੀ ਵਿਚਾਰ ਕਰਦਾ ਸੀ ਹਿੰਦੂ ਰਾਜਪੂਤ ਰਾਜੇ ਬੜੇ ਕੱਟਰ ਹੁੰਦੇ ਆ, ਇਹ ਕਿਸੇ ਆਦਮੀ ਦਾ ਲੜ ਨਹੀਂ ਫੜਨਗੇ, ਕਿਉਂ ਤੇ ਲੜ ਹਮੇਸ਼ਾ ਔਰਤਾਂ ਫੜਿਆ ਕਰਦੀਆਂ ਨੇ। ਪਰ ਇਹ ਤਾਂ ਉਹਦੇ ਮਨ ਦਾ ਭੁਲੇਖਾ ਹੀ ਸੀ। ਇਹ ਰਾਜੇ ਤੇ ਉਹਨਾਂ ਗੁਰੂ ਮਹਾਰਾਜ ਦੇ ਚਰਨ ਧੋ ਕੇ ਵੀ ਪੀਣ ਨੂੰ ਤਿਆਰ ਸੀ। ਜਦ ਗੁਰੂ ਸਾਹਿਬ ਨੂੰ ਇੱਥੇ ਚਿੱਠੀ ਮਿਲੀ, ਉਹਨਾਂ ਨੇ ਇੱਕ ਚੋਲਾ ਤਿਆਰ ਕਰਵਾਇਆ ਜਿਹਨੂੰ 52 ਕਲੀਆਂ ਲਵਾਈਆਂ। ਇੱਕ ਕਲੀ ਇੱਕ ਰਾਜੇ ਨੂੰ ਫੜਾ ਕੇ 52 ਦੇ 52 ਰਾਜੇ ਇਸ ਕਿਲ੍ਹੇ ਵਿੱਚੋਂ ਰਿਹਾ ਕਰਾਏ। ਇਹਨਾਂ ਫਿਰ ਰਾਜਿਆਂ ਨੇ ਖੁਸ਼ੀ ਵਿੱਚ ਨਾਅਰੇ ਲਾਏ, ਜੈ ਦਾਤਾ ਬੰਦੀ ਛੋੜ, ਜੈ ਦਾਤਾ ਬੰਦੀ ਛੋੜ, ਬੰਦੀ ਛੋੜ ਦਾਤੇ ਦੀ ਜੈ ਹੋਵੇ। ਸੋ ਇਸ ਤਰ੍ਹਾਂ ਇਸ ਸਥਾਨ ਦਾ ਨਾਮ ਦਾਤਾ ਬੰਦੀ ਛੋੜ ਪਿਆ। ਗੁਰੂ ਹਰਗੋਬਿੰਦ ਸਾਹਿਬ ਨੇ ਇਕੱਲਿਆਂ ਕਿਲ੍ਹੇ ਤੋਂ ਬਾਹਰ ਆਉਣਾ ਸਵੀਕਾਰ ਨਹੀਂ ਕੀਤਾ ਅਤੇ ਉਹਨਾਂ ਦੀ ਰਹਿਮਤ ਸਦਕਾ ਕਿਲ੍ਹੇ ਵਿੱਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਰਿਹਾਈ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ। ਉਹਨਾਂ ਦੇ ਇੱਥੇ ਆਉਣ ਤੇ ਸਾਰੇ ਸਿੱਖ ਜਗਤ ਨੇ ਅਥਾਰ ਖੁਸ਼ੀਆਂ ਮਨਾਈਆਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਦਿਨ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ। ਕੁਦਰਤੀ ਇਸ ਦਿਨ ਦੀਵਾਲੀ ਵੀ ਸੀ। ਇਸ ਦਿਨ ਤੋਂ ਸਿੱਖਾਂ ਵਾਸਤੇ ਬੰਦੀ ਛੋੜ ਦਿਵਸ ਇੱਕ ਪਵਿੱਤਰ ਦਿਹਾੜਾ ਬਣ ਗਿਆ। ਰਿਹਾਈ ਤੋਂ ਬਾਅਦ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਅੰਮ੍ਰਿਤਸਰ ਵਿਖੇ ਪਹੁੰਚਦੇ ਨੇ ਔਰ ਉਹ ਦਿਨ ਦੀਵਾਲੀ ਵਾਲਾ ਹੁੰਦਾ ਹੈ। ਅੰਮ੍ਰਿਤਸਰ ਪੁੱਜਣ ਤੇ ਸਿੱਖ ਸੰਗਤਾਂ ਗੁਰੂ ਸਾਹਿਬ ਦੀ ਖੁਸ਼ੀ ਦੇ ਵਿੱਚ ਅਥਾਹ ਖੁਸ਼ੀਆਂ ਮਨਾਉਂਦੀਆਂ ਹੋਈਆਂ ਘਰਾਂ ਦੇ ਵਿੱਚ ਘਿਓ ਦੇ ਦੀਵੇ ਬਾਲਦੀਆਂ ਨੇ। ਇਸੇ ਹੀ ਦਿਨ ਨੂੰ ਬਹੁਤ ਹੀ ਖੁਸ਼ੀ ਤੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਔਰ ਇਸੇ ਹੀ ਦਿਨ ਦੀਵਾਲੀ ਹੋਣ ਕਰਕੇ ਜਦੋਂ ਗੁਰੂ ਸਾਹਿਬ ਵਾਪਸੀ ਕਰਦੇ ਨੇ ਤਾਂ ਉਹ ਦਿਨ ਸਿੱਖਾਂ ਦੇ ਲਈ ਇੱਕ ਪਵਿੱਤਰ ਦਿਹਾੜਾ ਬਣ ਜਾਂਦਾ। ਇਸੇ ਕਰਕੇ ਹਰ ਸਾਲ ਸਿੱਖ ਜਗਤ ਦੇ ਵੱਲੋਂ ਘਰਾਂ ਦੇ ਵਿੱਚ ਦੀਵੇ ਬਾਲੇ ਜਾਂਦੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖੂਬਸੂਰਤ ਦੀਪਮਾਲਾ ਹੁੰਦੀ ਹੈ, ਦੀਵੇ ਜਗਾਏ ਜਾਂਦੇ ਨੇ ਔਰ ਨਾਲ ਆਤਿਸ਼ਬਾਜ਼ੀ ਹੁੰਦੀ ਹੈ ਕਿਉਂਕਿ ਇਸ ਦਿਨ ਨੂੰ ਸਿੱਖ ਸੰਗਤਾਂ ਵੱਡੇ ਦਿਨ ਵਜੋਂ ਯਾਦ ਕਰਦੀਆਂ ਹੋਈਆਂ 6ਵੇਂ ਪਾਤਸ਼ਾਹ ਦੇ ਅੱਗੇ ਨਤਮਸਤਕ ਹੁੰਦੀਆਂ ਨੇ ਤੇ ਹਰ ਸਾਲ ਹੀ ਸਿੱਖ ਕੌਮ ਦੀਵਾਲੀ ਵਾਲੇ ਦਿਨ ਨੂੰ ਬੰਦੀ ਛੋੜ ਦੇ ਰੂਪ ਵਜੋਂ ਮਨਾਉਂਦਾ ਹੈ। ਅੱਜ ਵੀ ਵੱਡੇ ਇਤਿਹਾਸ ਨੂੰ ਯਾਦ ਕਰਦੇ ਹੋਏ ਸਾਡਾ ਜਿਹੜਾ ਸੀਸ ਹੈ ਸ਼ਰਧਾ ਦੇ ਨਾਲ ਝੁਕ ਜਾਂਦਾ ਹੈ ਔਰ ਆਪ ਸਭ ਸਮੂਹ ਸੰਗਤ ਨੂੰ ਫਾਸਟਵੇ ਨਿਊਜ਼ ਦੀ ਸਾਰੀ ਟੀਮ ਦੇ ਵੱਲੋਂ ਦੀਵਾਲੀ ਦੀਆਂ ਔਰ ਬੰਦੀ ਛੋੜ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਹੁਣ ਤੁਹਾਡੇ ਤੋਂ ਲਵਾਂਗੇ ਆਗਿਆ ਸਹਿਯੋਗੀ ਟੋਨੀ ਦੇ ਨਾਲ ਮਨਦੀਪ ਕੌਰ ਸੰਧੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।